ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ 20 ਅਕਤੂਬਰ ਤੋਂ ਬਾਅਦ ਦਾ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਛੋਟਾ ਵਾਧਾ ਹੋਇਆ। ਰਿਪੋਰਟ BC 'ਚ ਅਪ੍ਰੈਲ ਮਹੀਨੇ 'ਚ ਓਵਰਡੋਜ਼ ਕਾਰਨ ਗਈ 176 ਲੋਕਾਂ ਦੀ ਜਾਨ। ਪੋਰਟ ਮੂਡੀ ਦੀ ਮ੍ਰਿਤ ਔਰਤ ਦੇ ਪਰਿਵਾਰ ਨੇ ਭਾਲ ਵਿੱਚ ਅਹਿਮ ਜਾਣਕਾਰੀ ਦੇਣ ਵਾਲੇ ਲਈ ਕੀਤਾ $50,000 ਦੇ ਇਨਾਮ ਦਾ ਐਲਾਨ। ਡਾਕਟਰ ਥਰੀਸਾ ਟੈਮ ਨੇ ਕਿਹਾ, ਵੈਕਸੀਨ ਹਾਸਲ ਕਰਨ ਦੀਆਂ ਸਲਾਹਾਂ ਵਿੱਚ ਬਦਲਾਅ ਬਣਾ ਸਕਦਾ ਉਲਝਣ, ਪਰ ਸਾਇੰਟਿਫਿਕ ਰਿਸਰਚ ਦੇ ਵਿਸਤਾਰ ਨਾਲ ਬਦਲਾਅ ਜ਼ਰੂਰੀ। ਹਰਸਿਮਰਤ ਕੌਰ ਬਾਦਲ ਨੇ ਕਿਹਾ, ਕਾਂਗਰਸੀ ਆਗੂਆਂ ਦਾ ਝਗੜਾ ਹੈ ਕੁਰਸੀ ਦਾ ਵਿਵਾਦ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC ਵਿੱਚ ਅਕਤੂਬਰ ਮਹੀਨੇ ਤੋਂ ਬਾਅਦ ਦਾ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਛੋਟਾ ਵਾਧਾ ਰਿਪੋਰਟ ਹੋਇਆ। ਅੱਜ BC 'ਚ ਕੋਵਿਡ-19 ਦੇ 184 ਮਾਮਲੇ ਰਿਪੋਰਟ ਹੋਏ ਹੈ। ਪਿਛਲੀ ਵਾਰ BC 'ਚ ਕੋਵਿਡ-19 ਦੇ 200 ਤੋਂ ਘੱਟ ਮਾਮਲੇ 20 ਅਕਤੂਬਰ ਨੂੰ ਰਿਪੋਰਟ ਹੋਏ ਸੀ। ਅੱਜ ਕਿਸੇ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ, ਜੋ ਕਿ ਰਾਹਤ ਦੀ ਖਬਰ ਹੈ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,44,473 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1703 ਤੱਕ ਪਹੁੰਚ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 2800 ਹੋ ਚੁੱਕੀ ਹੈ। BC 'ਚ ਵੈਕਸੀਨ ਦੀਆਂ ਕੁੱਲ 33,03,334 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ। ਸੂਬੇ ਦੇ 18 ਸਾਲ ਤੋਂ ਵਧੇਰੇ ਉਮਰ ਦੇ 70% ਲੋਕ ਵੈਕਸੀਨੇਟ ਹੋ ਚੁੱਕੇ ਹੈ। BC ਕੋਰੋਨਰ ਸਰਵਿਸ ਨੇ ਅਪ੍ਰੈਲ ਮਹੀਨੇ ਦੇ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਸਾਂਝੇ ਕੀਤੇ ਹੈ। ਸੂਬੇ 'ਚ ਸਾਲ ਦੇ ਚੌਥੇ ਮਹੀਨੇ ਦੌਰਾਨ 176 ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ। ਇਹ ਸੂਬੇ 'ਚ ਲਗਾਤਾਰ 14ਵਾਂ ਮਹੀਨਾ ਹੈ ਜਦ ਓਵਰਡੋਜ਼ ਸੰਬੰਧੀ 100 ਤੋਂ ਵਧੇਰੇ ਮੌਤਾਂ ਰਿਪੋਰਟ ਹੋਈ ਹੈ। ਅਪ੍ਰੈਲ 2020 ਦੇ ਮੁਕਾਬਲੇ ਇਸ ਨੂੰ ਮੌਤਾਂ 'ਚ 43% ਦਾ ਵਾਧਾ ਦੱਸਿਆ ਗਿਆ। ਬੀਤੇ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 123 ਰਹੀ ਸੀ। ਹੁਣ ਇਸ ਸਾਲ 4 ਮਹੀਨੇ ਦੇ ਸਮੇਂ ਦੌਰਾਨ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗਿਣਤੀ 680 ਤੱਕ ਪਹੁੰਚ ਚੁੱਕੀ ਹੈ। ਇਸ ਅੰਕੜੇ ਦੇ ਨਾਲ ਹੁਣ BC ਵਿੱਚ ਲਗਾਤਾਰ ਚੌਥਾ ਮਹੀਨਾ ਹੈ ਜਦ ਔਸਤ ਅਨੁਸਾਰ ਹਰ ਰੋਜ਼ 5 ਤੋਂ ਵਧੇਰੇ ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ। ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਇਸ ਸਾਲ 62 ਓਵਰਡੋਜ਼ ਸੰਬੰਧੀ ਮੌਤਾਂ ਵਿੱਚ ਕਾਰਫੈਂਟਨਿਲ ਨੂੰ ਇੱਕ ਅਹਿਮ ਫੈਕਟਰ ਦੱਸਿਆ ਗਿਆ ਹੈ। ਇਸ ਨੂੰ ਫੈਂਟਨਿਲ ਦੇ ਮੁਕਾਬਲੇ 100 ਗੁਣਾ ਵਧੇਰੇ ਹਾਨੀਕਾਰਕ ਦੱਸਿਆ ਜਾਂਦਾ ਹੈ। ਇਸ ਨਾਲ ਸੰਬੰਧਿਤ ਸਾਲ 2020 ਵਿੱਚ ਕੁੱਲ 65 ਮੌਤਾਂ ਰਿਪੋਰਟ ਹੋਈਆਂ ਸੀ। ਇਸ ਸਾਲ ਕਰੀਬ 86% ਓਵਰਡੋਜ਼ ਸੰਬੰਧੀ ਮੌਤਾਂ ਵਿੱਚ ਫੈਂਟਨਿਲ ਨੂੰ ਕਾਰਨ ਦੱਸਿਆ ਗਿਆ। ਇੱਕ ਇੰਡੀਜਨਸ ਲੇਖਕਾਂ ਨੂੰ ਵੱਡਾ ਸਨਮਾਨ ਹਾਸਲ ਹੋਇਆ। ਰੈਜ਼ੀਡੈਂਸ਼ੀਅਲ ਸਕੂਲਾਂ ਦੇ 5 ਸਰਵਾਈਵਰਸ ਦੀ ਕਹਾਣੀ ਦੱਸਣ ਵਾਲੀ ਮਿਸ਼ੈਲ ਗੁੱਡ ਨੂੰ $25,000 ਵਾਲਾ ਗਵਰਨਰ ਜਨਰਲ ਲਿਟਰੇਰੀ ਅਵਾਰਡ ਫਾਰ ਫਿਕਸ਼ਨ ਹਾਸਲ ਹੋਇਆ। ਉਹਨਾਂ ਦੀ ਕਿਤਾਬ 5 ਲਿਟਲ ਇੰਡੀਅਨ ਸੰਬੰਧੀ ਕੀਤੇ ਕੰਮ ਲਈ ਉਹਨਾਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਕੀਲ ਤੋਂ ਲੇਖਕਾ ਬਣੀ ਮਿਸ਼ੈਲ ਗੁੱਡ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਅਟੈਂਡ ਕਰਨਾ ਪਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮੌਕੇ ਜਸ਼ਨ ਦੇ ਮੂਡ ਵਿੱਚ ਨਹੀਂ ਹਨ ਕਿਉਂਕਿ ਉਹਨਾਂ ਦਾ ਦਿਲ ਦਫਨ ਕੀਤੇ ਮਿਲੇ ਬੱਚਿਆਂ ਲਈ ਰੋ ਰਿਹਾ ਹੈ। ਮਿਸ਼ੈਲ ਗੁੱਡ ਕੈਮਲੂਪਸ ਦੇ ਕੋਲ ਸਵਾਨਾ ਦੇ ਇਲਾਕੇ ਦੀ ਵਸਨੀਕ ਹੈ। ਪੋਰਟ ਮੂਡੀ ਦੀ ਇੱਕ ਲਾਪਤਾ ਔਰਤ ਜਿਸ ਦੇ ਅਵਸ਼ੇਸ਼ ਮਿਲੇ ਸਨ, ਉਸ ਦੇ ਪਰਿਵਾਰ ਨੇ ਮਾਮਲੇ ਵਿੱਚ ਪੁਖਤਾ ਜਾਣਕਾਰੀ ਸਾਂਝੀ ਕਰਨ ਵਾਲੇ ਲਈ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਟ੍ਰੀਨਾ ਹੰਟ ਬਾਰੇ ਕੋਈ ਪੁਖਤਾ ਜਾਣਕਾਰੀ ਦੇ ਸਕੇ ਤਾਂ ਉਹਨਾਂ ਨੂੰ $50,000 ਦਾ ਇਨਾਮ ਦਿੱਤਾ ਜਾਵੇਗਾ। ਯਾਦ ਰਹੇ, ਇਸ ਔਰਤ ਦੀ ਭਾਲ ਦਾ ਮਾਮਲਾ ਹੋਮਿਸਾਈਡ ਜਾਂਚ ਵਿੱਚ ਤਬਦੀਲ ਹੋ ਗਿਆ। 1 ਮਈ ਨੂੰ ਆਈਹਿਟ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਸੀ ਕਿ 29 ਮਾਰਚ ਨੂੰ ਹੋਪ ਕੋਲ ਮਿਲੇ ਮਨੁੱਖੀ ਅਵਸ਼ੇਸ਼ ਲਾਪਤਾ ਹੋਈ 48 ਸਾਲਾ ਟ੍ਰੀਨਾ ਹੰਟ ਦੇ ਸਨ। ਮੌਤ ਦੇ ਮਾਮਲੇ ਨੂੰ ਸ਼ੱਕੀ ਦੱਸਿਆ ਗਿਆ। ਇਸ ਔਰਤ ਨੂੰ ਆਖਰੀ ਵਾਰ ਆਪਣੇ ਘਰ ਵਿੱਚ 18 ਜਨਵਰੀ ਨੂੰ ਸਵੇਰੇ ਕਰੀਬ 6 ਵਜੇ ਵੇਖਿਆ ਗਿਆ ਸੀ। ਉਸਦੇ ਪਤੀ ਨੇ ਉਸੇ ਦਿਨ ਆਪਣਾ ਘਰ ਖਾਲੀ ਵੇਖਣ ਤੋਂ ਬਾਅਦ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਸੀ। ਬਰਨਬੀ ਵਿੱਚ RCMP ਦਾ ਕਹਿਣਾ ਹੈ ਕਿ ਇਸ ਵੀਕਐਂਡ ਦੌਰਾਨ ਇੱਕ ਸ਼ਰਾਬ ਦਾ ਸੇਵਨ ਕਰਨ ਵਾਲੀ ਔਰਤ ਨੇ ਆਪਣੀ ਜੁੜਵਾ ਭੈਣ ਨੂੰ ਰਾਈਡ ਦੇਣ ਦੇ ਲਈ ਸੱਦਿਆ, ਜੋ ਉਸ ਤੋਂ ਵੀ ਵੱਧ ਨਸ਼ੇ ਦੀ ਹਾਲਤ ਵਿੱਚ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਨੂੰ ਮੈਕਬ੍ਰਾਈਡ ਬੁਲੇਵਾਰਡ ਅਤੇ 10th ਐਵਨਿਊ ਦੇ ਇਲਾਕੇ ਕੋਲ ਐਤਵਾਰ ਸਵੇਰੇ ਕਰੀਬ 5 ਵਜੇ ਰੋਕਿਆ ਗਿਆ ਸੀ। ਉਸ ਦੇ ਸ਼ਰਾਬ ਦਾ ਸੇਵਨ ਕਰਨ ਦੇ ਸ਼ੱਕ ਕਾਰਨ ਉਸ ਦਾ ਬ੍ਰੈਥ ਟੈਸਟ ਹੋਇਆ, ਜਿਸ ਵਿੱਚ ਉਸ ਦੇ ਸੀਮਾ ਤੋਂ ਵਧੇਰੇ ਸ਼ਰਾਬ ਪੀਤੇ ਹੋਣ ਦਾ ਪ੍ਰਮਾਣ ਮਿਲਿਆ। ਉਸ ਨੂੰ 24 ਘੰਟੇ ਦਾ ਡਰਾਈਵਿੰਗ ਪ੍ਰੋਹਿਬਿਸ਼ਨ ਥਮਾ ਦਿੱਤਾ ਗਿਆ। ਅਫਸਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਨੂੰ ਮੌਕੇ ਤੇ ਬੁਲਾ ਸਕਦੀ ਹੈ ਅਤੇ ਉਹਨਾਂ ਨਾਲ
ਘਰ ਜਾ ਸਕਦੀ ਹੈ। ਇਸ ਔਰਤ ਨੇ ਆਪਣੀ ਜੁੜਵਾ ਭੈਣ ਨੂੰ ਸੰਪਰਕ ਕੀਤਾ ਜੋ ਕਿ ਕਥਿਤ ਤੌਰ ਤੇ ਉਸੇ ਰਾਤ ਉਸ ਨਾਲ ਸ਼ਰਾਬ ਦਾ ਸੇਵਨ ਕਰ ਰਹੀ ਸੀ। ਉਸ ਦੀ ਭੈਣ ਨੂੰ ਉਸੇ ਰੋਡ ਬਲਾਕ ਤੇ ਇੱਕ ਹੋਰ ਅਫਸਰ ਨੇ ਰੋਕਿਆ ਅਤੇ ਉਸ ਦਾ ਬ੍ਰੈਥ ਟੈਸਟ ਵੀ ਫੇਲ ਹੋ ਗਿਆ। ਇਸ ਭੈਣ ਨੂੰ 3 ਦਿਨਾਂ ਦਾ ਡਰਾਈਵਿੰਗ ਪ੍ਰੋਹਿਬਿਸ਼ਨ ਥਮਾ ਦਿੱਤਾ ਗਿਆ। ਦੋਵਾਂ ਤੇ ਕਿਸੇ ਪ੍ਰਕਾਰ ਦੇ ਕੋਈ ਅਪਰਾਧਕ ਦੋਸ਼ ਨਹੀਂ ਲਗਾਏ ਜਾ ਰਹੇ। ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਵੱਲੋਂ ਕੈਨੇਡਾ ਦੇ ਮਿਲਟਰੀ ਜਸਟਿਸ ਸਿਸਟਮ ਦੇ ਕਈ ਮਹੀਨਿਆਂ ਦੇ ਰਿਵਿਊ ਤੋਂ ਬਾਅਦ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਵਾਲ ਖੜੇ ਕੀਤੇ ਗਏ ਕਿ ਜਿਸ ਤਰੀਕੇ ਨਾਲ ਜਿਨਸੀ ਬਦਸਲੂਕੀ ਦੇ ਮਾਮਲਿਆਂ ਨਾਲ ਕੈਨੇਡੀਅਨ ਆਰਮਡ ਫੋਰਸਸ ਵੱਲੋਂ ਨਜਿੱਠਿਆ ਜਾਂਦਾ ਹੈ ਉਸ ਵਿੱਚ ਬਦਲਾਅ ਦੀ ਲੋੜ ਹੈ। ਇਸ ਰਿਪੋਰਟ ਨੂੰ ਅੱਜ ਸਵੇਰੇ ਹਾਊਸ ਆਫ ਕਾਮਨਸ ਵਿੱਚ ਪੇਸ਼ ਕੀਤਾ ਗਿਆ। ਮੌਰਿਸ ਫਿਸ਼ ਦਾ ਕਹਿਣਾ ਹੈ ਕਿ ਉਹਨਾਂ ਦੇ ਰਿਵਿਊ ਵਿੱਚ ਪੁਸ਼ਟੀ ਹੋਈ ਹੈ ਕਿ ਮਿਲਟਰੀ ਵਿੱਚ ਜਿਨਸੀ ਬਦਸਲੂਕੀ ਮਾਮਲੇ ਉਸੇ ਤਰੀਕੇ ਨਾਲ ਨੁਕਸਾਨਦੇਹ ਹਨ ਜਿਵੇਂ ਸਾਲ 2015 ਵਿੱਚ ਨੁਕਸਾਨਦੇਹ ਸਨ। ਫਿਸ਼ ਨੇ ਕਿਹਾ ਕਿ ਮਿਲਟਰੀ ਨੂੰ ਇਸ ਲੋੜ ਨੂੰ ਖਤਮ ਕਰਨਾ ਚਾਹੀਦਾ ਹੈ ਕਿ ਪੀੜਤਾਂ ਵੱਲੋਂ ਘਟਨਾਵਾਂ ਨੂੰ ਚੇਨ ਆਫ ਕਮਾਂਡ ਨੂੰ ਰਿਪੋਰਟ ਕੀਤਾ ਜਾਵੇ। ਇਸ ਮਾਮਲੇ 'ਚ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ 107 ਸਿਫਾਰਸ਼ਾਂ ਵਿੱਚੋਂ ਬਹੁਤੀਆਂ ਨੂੰ ਲਾਗੂ ਕਰਨ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। In the short term, the Canadian Armed Forces and the Department of National Defence will implement 36 of the recommendations. And while some of the recommendations will require greater consultation and analysis, I, the Department of National Defence and the Canadian Armed Forces are committed to working with Minister Lametti and the Department of Justice to see how we can move forward to undertake the largest changes to the military justice system in a generation. ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਦਾ ਕਹਿਣਾ ਹੈ ਕਿ ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕਰਨ ਵਾਲੇ ਲੋਕ ਦੂਜੀ ਖੁਰਾਕ ਵਜੋਂ ਫਾਈਜ਼ਰ ਬਾਇਓਐਨਟੈਕ ਜਾਂ ਮੋਡਰਨਾ ਦੀ ਵੈਕਸੀਨ ਹਾਸਲ ਕਰ ਸਕਦੇ ਹੈ। ਇਸ ਤੇ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਥਰੀਸਾ ਟੈਮ ਨੇ ਮੰਨਿਆ ਹੈ ਕਿ ਵੈਕਸੀਨੇਸ਼ਨ ਨਾਲ ਸੰਬੰਧਿਤ ਲਗਾਤਾਰ ਬਦਲਦੀਆਂ ਸਲਾਹਾਂ ਕੈਨੇਡੀਅਨ ਲੋਕਾਂ ਲਈ ਉਲਝਣ ਬਣਾ ਸਕਦੀ ਹੈ, ਪਰ ਉਹਨਾਂ ਕਿਹਾ ਕਿ ਇਹਨਾਂ ਸਲਾਹਾਂ ਵਿੱਚ ਬਦਲਾਅ ਜ਼ਰੂਰੀ ਹਨ ਅਤੇ ਸਾਇੰਟੀਫਿਕ ਰਿਸਰਚ ਤੇ ਆਧਾਰਿਤ ਹਨ। ਉਹਨਾਂ ਇਹ ਵੀ ਕਿਹਾ ਕਿ ਨਵੀਆਂ ਸਲਾਹਾਂ ਦਾ ਇਹ ਮਤਲਬ ਨਹੀਂ ਹੈ ਕਿ ਜਿਹੜੇ ਲੋਕਾਂ ਨੇ ਐਸਟਰਾਜ਼ੈਨੇਕਾ ਦਾ ਪਹਿਲਾ ਸ਼ਾਟ ਹਾਸਲ ਕੀਤਾ ਸੀ ਉਹ ਇਸ ਵੈਕਸੀਨ ਦਾ ਦੂਜਾ ਸ਼ਾਟ ਹਾਸਲ ਨਹੀਂ ਕਰ ਸਕਦੇ। ਉਹਨਾਂ ਸਮਝਾਇਆ ਕਿ ਇਸ ਦਾ ਅਰਥ ਇਹ ਹੈ ਕਿ ਜੇਕਰ ਇਸ ਵੈਕਸੀਨ ਦੀ ਜਗ੍ਹਾ ਫਾਈਜ਼ਰ ਜਾਂ ਮੋਡਰਨਾ ਵੈਕਸੀਨ ਹਾਸਲ ਕਰਨੀ ਹੋਵੇ ਤਾਂ ਉਹ ਵੀ ਅਸਰਦਾਰ ਹੋਵੇਗਾ। The interchangeability of vaccines means that you can receive one vaccine product for your first dose and safely receive a different vaccine for your second dose to complete your 2-dose vaccine series for optimal protection from COVID-19. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਟੁਲਸਾ ਰੇਸ ਮੈਸੇਕਰ ਤੇ ਅੱਜ ਦੇਸ਼ ਨੂੰ ਸੰਬੋਧਿਤ ਕੀਤਾ। ਬਾਈਡਨ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹੈ ਜਿਨ੍ਹਾਂ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਨੂੰ ਕਮੈਮੋਰੇਟ ਕੀਤਾ ਹੈ। ਉਹਨਾਂ ਕਿਹਾ ਕਿ ਕੋਈ ਰਾਇਟ ਨਹੀਂ ਸੀ ਬਲਕਿ ਘੱਲੂਘਾਰਾ ਸੀ। ਬਾਈਡਨ ਨੇ ਓਕਲਾਹਾਮਾ ਵਿੱਚ ਇਹ ਗੱਲਬਾਤ ਕੀਤੀ। ਉਹਨਾਂ ਅੱਜ ਦੱਸਿਆ ਕਿ ਇਸ ਘਟਨਾ ਸੰਬੰਧੀ ਕੁਝ ਜਿਉਂਦੇ ਸਰਵਾਈਵਰਸ ਨੂੰ ਮਿਲੇ ਹਨ। ਯਾਦ ਰਹੇ ਟਲਸਾ ਰੇਸ ਮੈਸੇਕਰ 31 ਮਈ ਅਤੇ 1 ਜੂਨ ਨੂੰ 100 ਸਾਲ ਪਹਿਲਾਂ 1921 ਵਿੱਚ ਵਾਪਰਿਆ ਸੀ। This was not a riot. This was a massacre. Among the worst in our history, but not the only one. We do ourselves no favors by pretending none of this ever happened, or it doesn't impact us today, because it does still impact us today. ਅੱਜ ਮਾਨਸਾ ਵਿੱਚ ਲਗਾਏ ਜਾ ਰਹੇ ਆਕਸੀਜਨ ਪਲਾਂਟ ਲਈ ਚੈੱਕ ਵੰਡਣ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮਾਨਸਾ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਨੂੰ ਰੋਕਣ ਵਿੱਚ ਅਸਫਲ ਰਹੀ ਹੈ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੇ ਕੋਰੋਨਾ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਆਰੋਪ ਲਗਾਇਆ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ। ਪੰਜਾਬ ਵਿੱਚ ਗੈਂਗਸਟਰ ਵਪਾਰੀਆਂ ਨੂੰ ਫੋਨ ਕਰਕੇ ਫਿਰੌਤੀ ਦੀ ਮੰਗ ਕਰਦੇ ਹੈ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬੇਨਕਾਬ ਕਰਦਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਕੁਰਸੀ ਲਈ ਲੜ ਰਹੇ ਅਤੇ ਇੱਕ ਦੂਜੇ ਨੂੰ ਹਾਈ ਕਮਾਂਡ ਕੋਲ ਸ਼ਿਕਾਇਤ ਕਰਨ ਲਈ ਲੱਗੇ ਹੋਏ ਹੈ, ਜਦਕਿ ਉਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਸੀ, ਜਿਸ ਕਾਰਨ ਉਹਨਾਂ ਦਾ ਦੁੱਖ ਘੱਟ ਹੋਣਾ ਸੀ। ਪਰ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਨਾਲ ਹਰ ਮੋਰਚੇ ਤੇ ਫੇਲ ਹੋ ਰਹੀ ਹੈ।